ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਦੇਸੀ ਰੰਗ ਸ਼ੋਅ ਦੇ ਵਿੱਚ ਬਹੁਤ ਨਿੱਘਾ ਸਵਾਗਤ। ਵੀਰਵਾਰ ਦਾ ਪ੍ਰੋਗਰਾਮ ਲੈ ਕੇ ਤੁਹਾਡੀ ਕਚਹਿਰੀ ਵਿੱਚ ਹਾਜ਼ਰ ਹੋ ਚੁੱਕੇ ਹਾਂ ਜੀ ਤੇ ਵੀਰਵਾਰ ਨੂੰ ਗੱਲਬਾਤ ਕਰਦੇ ਨੇ ਵਿਨੀਪੈਗ ਸ਼ਹਿਰ ਹਰਪ੍ਰੀਤ ਜਵੰਦਾ ਸਾਹਿਬ ਦੇ ਨਾਲ। ਤੇ ਅੱਜ ਪਹਿਲੇ ਭਾਗ ਦੇ ਵਿੱਚ ਕਹਾਣੀ ਬਹੁਤ ਹੀ ਵਧੀਆ ਵਾਰਤਕ ਜੋ ਭਾਜੀ ਹੁਣਾਂ ਨੇ ਲਿਖੀ ਸੀ ਪਿਛਲੇ ਮੈਨੂੰ ਲੱਗਦਾ ਹੋ ਗਏ ਕੋਈ 3 ਵੀਕ ਦੇ ਕਰੀਬ। ਸੋ ਇੱਕ ਪਿਆਰ ਜਿਹੜਾ ਕਿ ਜਿਹੜੇ ਚਾਚੇ ਤਾਏ ਦੇ ਬੱਚਿਆਂ ਦੇ ਵਿੱਚ ਹੁੰਦਾ ਅਤੇ ਖਾਸ ਕਰਕੇ ਜਿਹੜੀਆਂ ਲੜਕੀਆਂ ਹੁੰਦੀਆਂ ਸੋ ਉਹਨਾਂ ਦਾ ਪਿਆਰ ਜਦੋਂ ਵਿਆਹ ਤੋਂ ਬਾਅਦ ਵਾਪਸ ਆਉਂਦੀਆਂ ਅਤੇ ਕਈ ਵਾਰ ਜੋ ਆਪਸ ਵਿੱਚ ਕਈ ਵਾਰ ਕੜੱਤਣ ਹੋ ਜਾਂਦੀ ਆ ਭਰਾਵਾਂ ਦੇ ਵਿੱਚ। ਸੋ ਉਹਦੀ ਗੱਲਬਾਤ ਅੱਜ ਕਰਾਂਗੇ ਪਹਿਲੇ ਭਾਗ ਦੇ ਵਿੱਚ ਕਹਾਣੀ ਦੇ ਵਿੱਚ, ਅਤੇ ਦੂਸਰੇ ਭਾਗ ਦੇ ਵਿੱਚ ਗੱਲਬਾਤ ਕਰਾਂਗੇ ਵਿਨੀਪੈਗ ਸ਼ਹਿਰ ਦੀ। ਸੋ ਉੱਥੋਂ ਦੀਆਂ ਲੇਟੈਸਟ ਅਪਡੇਟ ਦੀ ਗੱਲਬਾਤ ਕਰਾਂਗੇ ਹਰਪ੍ਰੀਤ ਜਵੰਦਾ ਸਾਹਿਬ ਦੇ ਨਾਲ। ਸਭ ਤੋਂ ਪਹਿਲਾਂ ਜੀ ਆਇਆਂ ਨੂੰ ਆਖਦੇ ਹਾਂ ਜਵੰਦਾ ਸਾਹਿਬ, ਜੀ ਆਇਆਂ ਨੂੰ ਜੀ। ਅਤੇ ਨਵੇਂ ਸਾਲ ਦਾ ਪਹਿਲਾ ਪ੍ਰੋਗਰਾਮ, ਤੁਹਾਨੂੰ ਨਵੇਂ ਸਾਲ ਦੀਆਂ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਅਤੇ ਆਪਣੀ ਪੰਜਾਬ ਦੀ ਟੀਮ ਵੱਲੋਂ ਜੀ, ਅਤੇ ਤੁਸੀਂ ਵੀ ਆਪਣੇ ਵੱਲੋਂ ਮੁਬਾਰਕਾਂ ਦਿਓ ਜੀ ਜਿਹੜੇ ਆਪਾਂ ਨੂੰ ਇਸ ਟਾਈਮ ਦੇਖ ਰਹੇ ਸੁਣ ਰਹੇ ਆ। ਜੀ ਆਇਆਂ ਨੂੰ ਜੀ। ਬਰਾੜ ਸਾਹਿਬ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਤੇ ਤੁਹਾਡਾ ਨਵੇਂ ਸਾਲ ਦਾ ਤੁਹਾਨੂੰ ਬਹੁਤ ਬਹੁਤ ਮੁਬਾਰਕ। ਤੇ ਜਿਹੜੇ ਨਾਲ ਜੁੜ ਚੁੱਕੇ ਨੇ ਆਪਣੇ ਵੀਰ ਭੈਣ ਤੇ ਮਿੱਤਰ ਪਿਆਰੇ, ਉਹਨਾਂ ਨੂੰ ਵੀ ਨਵਾਂ ਸਾਲ ਬਹੁਤ ਬਹੁਤ ਮੁਬਾਰਕ ਹੋਏ ਜੀ। ਤੇ ਬਾਕੀ ਤੁਸੀਂ ਜਿਸ ਤਰ੍ਹਾਂ ਇੰਟਰੋਡਕਸ਼ਨ ਦਿੱਤੀ ਹੈ ਹੁਣੇ, ਇਹ ਸਾਡਾ ਪਹਿਲਾ ਪ੍ਰੋਗਰਾਮ ਹੈ ਨਵੇਂ ਸਾਲ ਦਾ, ਤੇ ਆਸ ਕਰਦੇ ਹਾਂ ਕਿ ਸਾਡਾ ਇਹ ਹਫ਼ਤਾ ਜਿਹੜਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਤੇ ਮੈਂ ਵੀ ਜਨਤਾ ਦੀ ਕਚਹਿਰੀ 'ਚ ਆਪਣੇ ਜਿਹੜੀਆਂ ਅਪਡੇਟਸ ਹੈਗੀਆਂ ਨੇ ਵਿਨੀਪੈਗ ਦੀਆਂ ਉਹ ਮੈਂ ਲੈ ਕੇ ਆਉਂਦਾ ਰਹਾਂਗਾ ਜੀ। ਤੇ ਅਪਾਰਟ ਫਰੋਮ ਦੈਟ ਜਿਹੜਾ ਸਾਡਾ ਵਿਰਸਾ, ਜਿਹੜਾ ਸੱਭਿਆਚਾਰ, ਜਿਹੜਾ ਅਤੀਤ ਸਾਡੇ ਤੋਂ ਦੂਰ ਹੁੰਦਾ ਜਾ ਰਿਹਾ ਹੋ ਗਿਆ ਤਕਰੀਬਨ ਜਿਹੜਾ ਜੀ, ਉਹਦੇ ਨਾਲ ਤੁਹਾਨੂੰ ਰੂਬਰੂ ਕਿਸੇ ਨਾ ਕਿਸੇ ਸ਼ੇਪ ਦੇ ਵਿੱਚ ਮੈਂ ਕਰਾਉਂਦਾ ਰਹੂੰਗਾ। ਤੇ ਹੁਣ ਜਿਹੜਾ ਮੈਂ ਤੁਸੀਂ ਹੁਣੇ ਭੂਮਿਕਾ ਬੰਨੀ ਹੈ ਕਿ ਇੱਕ ਰਿਲੇਸ਼ਨਸ਼ਿਪ ਜਿਹੜਾ ਹੈ। ਜਵੰਦਾ ਸਾਹਿਬ ਪਲੀਜ਼ ਜੇ ਥੋੜਾ ਜਿਹਾ ਫੋਨ ਅਪ ਕਰ ਲਓ ਕਿਉਂਕਿ ਦਸਤਾਰ, ਹਾਂ ਬਸ ਬਣ ਗਈ ਗੱਲ ਜੀ, ਬਣ ਗਈ ਗੱਲ ਜੀ। ਹਾਂ ਕਿਉਂਕਿ ਕਹਿੰਦੇ ਹੁੰਦੇ ਸਰਦਾਰ ਦੀ ਜੇ ਦਸਤਾਰ ਕੱਟੀ ਜੀ ਜਾਵੇ ਨਾ ਉੱਪਰੋਂ ਫਿਰ ਗੱਲ ਜੀ ਨਹੀਂ ਬਣਦੀ ਗੀ ਹੈ। ਨਹੀਂ ਬਹੁਤ ਵਧੀਆ ਜੀ, ਬਹੁਤ ਵਧੀਆ ਜੀ ਵੀਰ ਜੀ। ਮੈਂ ਤੁਹਾਨੂੰ ਰਿਕੁਐਸਟ ਕਰ ਰਿਹਾ ਸੀ ਕਿ ਰਿਲੇਸ਼ਨਸ਼ਿਪ ਜਿਹੜੇ ਨਾ ਉਹ ਤਾਸ਼ ਦੇ ਪੱਤਿਆਂ ਵਾਂਗੂ ਖਿਲਰੀ ਜਾਂਦੇ ਆ ਜੀ। ਤੇ ਆਪਾਂ ਦੌੜਾਂ ਤੇ ਜਿਹੜੀਆਂ ਮਸਰੂਫੀਆਤ ਜਿਹੜੀਆਂ ਨੇ ਸਾਡੀਆਂ ਉਹਦੇ 'ਚ ਇੰਨੇ ਰੁੱਝ ਗਏ ਆ ਕਿ ਸਾਨੂੰ ਨਾ ਤੇ ਉਹਨਾਂ ਨੂੰ ਸਾਂਭਣ ਦਾ ਟਾਈਮ ਹੈਗਾ ਜੀ, ਤੇ ਨਾ ਸਾਨੂੰ ਉਹਨਾਂ ਨੂੰ ਸੰਭਾਲਣ ਦਾ, ਜਾਂ ਟੁੱਟ ਕੇ ਜਿਹੜੇ ਰਿਸ਼ਤੇ ਆ ਉਹਨਾਂ ਨੂੰ ਵਾਪਸ ਆਪਣੇ ਲਾਈਨ ਤੇ ਲਿਆਉਣ ਦਾ ਟਾਈਮ ਹੈਗਾ। ਸਾਡੇ ਕੋਲ ਵੇਲ ਹੀ ਹੈ ਨਹੀਂ। ਸਾਨੂੰ ਅਸੀਂ ਕਈ ਵਾਰੀ ਡਿਸਕਸ ਕੀਤਾ ਅੱਗੇ। ਅੱਛਾ ਜਵੰਦਾ ਸਾਹਿਬ, ਆਪਾਂ ਇੱਕ ਗੱਲ ਕਰਨੀ ਆ ਅੱਜ ਕਹਾਣੀ ਤੋਂ ਬਾਅਦ ਨਾ ਥੋੜਾ ਜਿਹਾ ਟਾਈਮ ਲਾਵਾਂਗੇ ਕਿ ਵੇਲ ਨਹੀਂ ਜਾਂ ਜਿਹੜਾ ਦੌਰ ਆ ਗਿਆ ਕਿ ਅੱਗੇ ਵਧਣ ਦਾ ਹੈ ਨਾ, ਖਾਸ ਕਰਕੇ ਜਿਹੜੇ ਆਪਣੇ ਨਾ ਰਿਸ਼ਤੇਦਾਰਾਂ ਤੋਂ ਅੱਗੇ ਵਧਣ ਦਾ, ਚਾਚੇ ਤਾਇਆਂ ਤੋਂ, ਕਜ਼ਨਸ ਤੋਂ, ਮਤਲਬ ਹਰ ਤੋਂ ਅੱਗੇ ਵਧਣ ਦੀ ਜਿਹੜੀ ਦੌੜ ਆ ਹੈ ਨਾ, ਕਿ ਉਹ ਕਾਰਨ ਆ ਜਾਂ ਫਿਰ ਕੀ ਕਾਰਨ ਆ, ਜਾਂ ਸ਼ੁਰੂ ਤੋਂ ਹੀ ਚੱਲਦੇ ਆਏ ਆ ਇਹ, ਮਤਲਬ ਇਸ ਤਰ੍ਹਾਂ ਹੀ ਚੱਲਦਾ ਆ ਰਿਹਾ ਜਦੋਂ ਦੀ ਵੀ ਆਪਾਂ ਮੈਂ ਸੁਰਤ ਸੰਭਾਲੀ ਆ ਜਾਂ ਤੁਸੀਂ ਸੰਭਾਲੀ ਆ। ਉਹ ਕਹਾਣੀ ਤੋਂ ਬਾਅਦ ਆਪਾਂ ਗੱਲਬਾਤ ਕਰਾਂਗੇ, ਇੱਕ ਦੋ ਮਤਲਬ ਚਰਚਾ ਜੀ ਕਰਾਂਗੇ, ਵਿਚਾਰ ਵਟਾਂਦਰਾ ਜੀ। ਬਿਲਕੁਲ ਸ਼ੋਰ। ਬਾਕੀ ਜਿਹੜਾ ਤੁਸੀਂ ਹੁਣੇ ਟੌਪਿਕ ਛੋਇਆ ਹੈ, ਜਿਹੜਾ ਤੁਸੀਂ ਕੁਐਸਚਨ ਕੀਤਾ ਜੀ, ਉਹ ਮਲਟੀਫੇਰੀਅਸ ਦੇ ਆਨਸਰਸ ਹੈਗੇ ਜੀ, ਬਹੁਤ ਜ਼ਿਆਦਾ ਆਨਸਰ ਹੈ। ਤੇ ਆਪਾਂ ਟਰਾਈ ਕਰਾਂਗੇ ਕਿ ਉਹਨਾਂ ਨੂੰ ਸਾਮ ਅਪ ਕੀਤਾ ਜਾਏ। ਲੇਕਿਨ ਮੈਂ ਆਪਣੇ ਮੁੱਦੇ ਤੇ ਵਾਪਸ ਆਉਣਾ ਸੀ ਕਿ ਇੱਕ ਬੀਬੀ ਹੈ, ਇੱਕ ਭੈਣ ਹੈ, ਇੱਕ ਬੇਟੀ ਹੈ, ਉਹ ਆਪਣੇ ਵਾਪਸ ਪੇਕੇ ਆਉਂਦੀ ਹੈ ਜੀ। ਇਹ ਵਾਰਤਕ ਜਿਹੜੀ ਹੈ ਉੱਥੋਂ ਸ਼ੁਰੂ ਹੁੰਦੀ ਹੈ ਜਦੋਂ ਉਹ ਬੱਸ ਦੇ ਉੱਤੋਂ ਬੱਸ ਤੋਂ ਉਤਰ ਕੇ ਥੱਲੇ ਪੈਰ ਪਾਉਂਦੀ ਹੈ। ਏਦਾਂ ਹੈ ਜੀ ਕਿ ਉਹ ਬੱਸੋਂ ਉਤਰੀ ਤੇ ਅੱਗੋਂ ਲੈਣ ਆਏ ਵੀਰ ਨੇ, ਨਿੱਕੇ ਵੀਰ ਨੇ ਉਸਨੂੰ ਗਲਵਕੜੀ ਵਿੱਚ ਲੈ ਲਿਆ। ਨਿੱਕੇ ਵੀਰ ਨੇ ਉਸੇ ਵੇਲੇ ਸੰਦੂਕ ਚੁੱਕ ਲਿਆ। ਤੁਹਾਨੂੰ ਪਤਾ ਸੰਦੂਕ ਹੁੰਦੇ ਸੀ ਪੁਰਾਣੇ, ਹੈ ਨਾ ਜੀ, ਛੋਟੇ ਟਾਚੀ ਜੀ ਸੂਟ ਆਪਣੇ ਟੀਨ ਦੇ ਹੁੰਦੇ ਸੀ ਭਾਜੀ, ਹੈ ਨਾ ਜੀ। ਫਿਰ ਫੈਂਸੀ ਦੇ ਆ ਗਏ, ਚਲੋ। ਤੇ ਨਾਲ ਹੀ ਸੁਨੇਹਾ ਵੀ ਦੇ ਦਿੱਤਾ ਕਿ ਇਸ ਵਾਰ ਘਰੇ ਜਾਂਦਿਆਂ ਰਾਹ ਵਿੱਚ ਚਾਚੇ ਪੂਰਨ ਸਿੰਘ ਦੇ ਘਰ ਨਹੀਂ ਖਲੋਣਾ। ਆਪਸ ਵਿੱਚ ਬੋਲਚਾਲ ਹੈ ਨਹੀਂ। ਨਿਆਈਆਂ ਵਾਲੇ ਕਿਲੇ ਦਾ ਰੌਲਾ ਪੈ ਗਿਆ ਜੀ। ਇੰਨਾ ਸੁਣ ਉਹ ਠਠੰਬਰ ਕੇ ਖਲੋ ਗਈ। ਅਗਾਂਹ ਪੈਰ ਪੁੱਟਣੇ ਔਖੇ ਹੋ ਗਏ। ਹੁਣ ਤੱਕ ਉਹ ਜਿੰਨੀ ਵਾਰੀ ਵੀ ਪੇਕੇ ਪਿੰਡ ਆਈ ਸੀ, ਪਹਿਲਾਂ ਰਾਹ ਵਿੱਚ ਪੈਂਦੇ ਚਾਚੇ ਦੇ ਘਰੇ ਬੈਠ ਪਾਣੀ ਧਾਣੀ ਪੀ ਕੇ ਫਿਰ ਹੀ ਆਪਣੇ ਘਰ ਪੈਰ ਪਾਇਆ ਕਰਦੀ। ਪਾਉਂਦੀ ਵੀ ਕਿਉਂ ਨਾ, ਉਸਨੂੰ ਆਪਣਾ ਵਿਆਹ ਵਾਲਾ ਦਿਨ ਚੰਗੀ ਤਰ੍ਹਾਂ ਯਾਦ ਸੀ।
ਇਹ ਵੀ ਯਾਦ ਸੀ ਕਿ ਹਲਵਾਈਆਂ ਦੀ ਗਲਤੀ ਕਰਕੇ ਲੱਗੀ ਭਿਆਨਕ ਅੱਗ ਬਰਾਤੀਆਂ ਲਈ ਤਿਆਰ ਕੀਤੇ ਟੈਂਟ, ਮਠਿਆਈਆਂ, ਕੁਰਸੀਆਂ, ਟੇਬਲ ਅਤੇ ਹੋਰ ਵੀ ਕਿੰਨਾ ਕੁਝ ਮਿੰਟਾਂ ਸਕਿੰਟਾਂ ਵਿੱਚ ਸੜ ਕੇ ਸੁਆਹ ਹੋ ਗਿਆ ਸੀ ਜੀ। ਇੱਥੋਂ ਤੱਕ ਕਿ ਦਾਜ ਵਰੀ ਲਈ ਲਿਆਂਦਾ ਕਿੰਨਾ ਸਾਰਾ ਸਮਾਨ ਵੀ ਨਹੀਂ ਸੀ ਬਚਿਆ। ਇਹ ਦੇਖ ਬਾਪੂ ਜੀ ਨੂੰ ਦੰਦਲ ਪੈ ਗਈ ਸੀ। ਇੱਕ ਪਾਸਾ ਮਾਰਿਆ ਗਿਆ। ਫਿਰ ਕਮਲਿਆਂ ਵਾਂਗ ਤੁਰੀ ਫਿਰਦੀ ਮਾਂ ਨੂੰ ਤੇ ਮਗਰੋਂ ਕੁਝ ਵੀ ਨਹੀਂ ਸੀ ਸੁੱਝ ਰਿਹਾ ਜੀ। ਤੁਹਾਨੂੰ ਪਤਾ ਐਸੀ ਇੰਸੀਡੈਂਟ ਹੋ ਜਾਏ ਕੋਈ ਤੇ ਮਾਵਾਂ ਨੂੰ ਕਿੱਥੇ ਕੁਝ ਸੋਚਦਾ ਜੀ। ਇਸ ਮੌਕੇ ਤੇ ਚਾਚਾ ਪੂਰਨ ਸਿੰਘ ਹੀ ਸੀ ਜਿਹੜਾ ਅੱਗੇ ਆਇਆ ਅਤੇ ਆਪਣਾ ਸਾਰਾ ਕੁਝ ਘਰੋਂ ਲਿਆ ਸਾਡੇ ਸਾਹਮਣੇ ਢੇਰੀ ਕਰ ਦਿੱਤਾ ਜੀ। ਚਾਚੇ ਦੇ ਇਸ ਉਪਰਾਲੇ ਨੂੰ ਵੇਖ ਜੰਜ ਲੈ ਕੇ ਆਈ ਟੁੱਕੇਗੀ, ਜੰਜ ਲੈ ਕੇ ਆਏ ਸਿਆਣੇ ਨਿਕਲੇ ਅਤੇ ਉਹਨਾਂ ਚਾਰ ਕੱਪੜਿਆਂ ਵਿੱਚ ਹੀ ਮੈਨੂੰ ਆਪਣੇ ਨਾਲ ਤੋਰ ਲਿਆ। ਉਹ ਜਿਹੜੀ ਬੀਬੀ ਬੱਸੋਂ ਉਤਰੀ ਹੈ ਉਹ ਸੋਚ ਰਹੀ ਹੈ, ਠੀਕ ਹੈ ਜੀ। ਉਸ ਦਿਨ ਫਿਰ ਸਾਰੇ ਪਿੰਡ ਨੇ ਰਲ ਕੇ ਬਰਾਤ ਦਾ ਸੇਵਾ ਪਾਣੀ ਦਾ ਬੰਦੋਬਸਤ ਕੀਤਾ ਅਤੇ ਚਾਚੇ ਪੂਰਨ ਸਿੰਘ ਨੇ ਪਿਓ ਬਣ ਕੇ ਸਾਰੇ ਕਾਰਜ ਆਪਣੇ ਹੱਥੀਂ ਨੇਪਰੇ ਚਾੜੇ ਜੀ। ਅੱਜ ਜਦੋਂ ਉਹ ਚਾਚੇ ਪੂਰਨ ਸਿੰਘ ਦੇ ਘਰ ਅੱਗੋਂ ਲੰਘਣ ਲੱਗੀ ਤਾਂ ਕੀ ਵੇਖਦੀ ਹੈ ਕਿ ਸਾਣੀ ਮੰਜੀ ਤੇ ਬੈਠਾ ਚਾਚਾ ਟਿਕਟਕੀ ਲਗਾ ਕੇ ਬੂਹੇ ਵੱਲ ਉਸ ਨੂੰ ਲੰਘਦੀ ਜਾਂਦੀ ਨੂੰ ਵੇਖੀ ਜਾ ਰਿਹਾ ਸੀ ਜੀ। ਕਾਲਜੇ ਦਾ ਰੁੱਖ ਭਰਿਆ ਗਿਆ ਅਤੇ ਉਸਨੇ ਛੇਤੀ ਨਾਲ ਪਿੱਛੇ ਮੁੜ ਚਾਚੇ ਦੇ ਘਰ ਦੀਆਂ ਬਰੂਹਾਂ ਟੱਪੀਆਂ ਅਤੇ ਦੌੜ ਕੇ ਜਾ ਮੰਜੇ ਤੇ ਬੈਠੇ ਚਾਚੇ ਨੂੰ ਕਲਾਵੇ ਵਿੱਚ ਲੈ ਲਿਆ। ਮਾਹੌਲ ਵਿੱਚੋਂ ਨਿਕਲ ਤੁਰੀਆਂ ਮੋਹ ਦੀਆਂ ਜਜ਼ਬਾਤੀ ਤੰਦਾਂ ਨੇ ਨਿਆਈਆਂ ਵਾਲੇ ਖੇਤ ਦੇ ਮਸਲੇ ਜੜੋਂ ਪੁੱਟ ਦਿੱਤੇ ਅਤੇ ਮਗਰੋਂ ਦੋਨੋਂ ਪਾਸੇ ਲੱਗ ਗਈ ਹੰਝੂਆਂ ਦੀ ਇੱਕ ਤਲਿਸਮੀ ਝੜੀ ਨੇ ਰੂਹਾਂ ਤੇ ਪੈ ਕੇ ਮਣਾ ਮੋਹੀ ਭਾਰ ਨੂੰ ਘੜੀਆਂ ਪਲਾਂ ਵਿੱਚ ਹੀ ਕੱਖੋਂ ਹੌਲੇ ਕਰਕੇ ਦੂਰ ਸੁੱਟ ਦਿੱਤਾ ਜੀ। ਤੋ ਬਰਾੜ ਸਾਹਿਬ ਇਹ ਤੇ ਇੱਕ ਐਕਸਪਲੇਨੇਸ਼ਨ ਹੈ, ਇੱਕ ਰਿਐਲਿਟੀ ਹੈ ਜਿਹੜੀ ਹਰ ਬੰਦਾ ਕਿਸੇ ਨਾ ਕਿਸੇ ਰੂਪ ਵਿੱਚ ਫੇਸ ਕਰਦਾ ਆਇਆ ਹੈ ਕਿ ਉਸ ਚੀਜ਼ ਨੂੰ ਰੂਹ ਤੇ ਹਟਾਉਂਦਾ ਵੀ ਆਇਆ ਹੈ। ਜਵੰਦਾ ਸਾਹਿਬ ਸੁਖਦੀਪ ਦੋਨੋਂ ਭਾਜੀ ਹੁਣਾਂ ਦੇ ਨਾਲ ਇਕੱਠੀ ਕਰ ਦਿਓ। ਭਾਜੀ ਇਹ ਮੇਰੇ ਨਾਲ ਵੀ ਹੋਈਆਂ, ਸ਼ਾਇਦ ਤੁਹਾਡੇ ਨਾਲ ਵੀ ਹੋਈਆਂ ਹੋਣੀਆਂ। ਸੋ ਮੈਨੂੰ ਲੱਗਦਾ ਹੈ ਕਿ ਇਹਦੇ ਵਿੱਚ ਕਸੂਰਵਾਰ ਜੇ ਦੇਖਿਆ ਜਾਵੇ ਤੇ ਪੇਰੈਂਟਸ, ਮਾਂ ਪਿਓ, ਕਿਉਂਕਿ ਮਾਂ ਪਿਓ ਨੂੰ ਦੇਖ ਕੇ ਬੱਚੇ ਮਤਲਬ ਹਾਉ ਭਾਉ ਚੇਂਜ ਕਰਦੇ ਆ। ਕਿਉਂਕਿ ਮੈਂ ਵੀ ਇੱਕ ਵੱਡੇ ਪਰਿਵਾਰ ਚੋਂ ਆਇਆ ਜੀ, ਹੈ ਨਾ। ਸੋ ਕੀ ਮਤਲਬ ਉਹ ਜਿਹੜੇ ਕਾਰਨ ਆ, ਦੇਖੋ ਕਿੰਨਾ ਪਿਆਰ ਭਰਾਵਾਂ ਦਾ ਹੁੰਦਾ ਔਰ ਉਸ ਤੋਂ ਬਾਅਦ ਜਦੋਂ ਮੈਰਿਜ ਹੋ ਜਾਂਦੀ ਆ, ਹੈ ਨਾ, ਕਿੰਨਾ ਕੁਛ ਹੀ ਭਾਜੀ ਚੇਂਜ ਹੋ ਜਾਂਦਾ ਹੈ ਨਾ। ਔਰ ਸਭ ਤੋਂ ਵੱਧ ਜੇ ਕਹਿੰਦੇ ਹੁੰਦੇ ਵੀ ਦੁਸ਼ਮਣੀ ਨਿਕਲਦੀ ਆ ਜਾਂ ਸ਼ਰੀਕੇ ਨਿਕਲਦੇ ਆ, ਈਵਨ ਕਿ ਕਤਲ ਵੀ ਹੁੰਦੇ ਆ, ਸਾਰੀ ਉਮਰਾਂ ਚੱਲਦੀਆਂ ਭਾਜੀ। ਦੇਖੋ ਵੀ ਉਹ ਭਰਾ ਇੱਕ ਮਾਂ ਦੀ ਕੁੱਖੋਂ ਜੰਮੇ ਵੇ, ਹੈ ਨਾ, ਤੇ ਕੀ ਮਤਲਬ ਕੁਛ ਹੁੰਦਾ ਦੇਖ ਕੇ ਕਿੰਨਾ ਮਤਲਬ ਲੱਗਦਾ ਨਹੀਂ ਭਾਜੀ। ਜਿਸ ਤਰ੍ਹਾਂ ਹੁਣ ਜੱਟ ਕਹਿੰਦਾ ਵੀ ਅਸੀਂ ਤਾਂ ਵੱਟ ਪਿੱਛੇ ਬੰਦਾ ਮਾਰ ਦਿੰਦੇ ਆ ਜਾਂ ਕਿੰਨਾ, ਹੈ ਨਾ, ਤੇ ਲਾਸਟ ਅਖੀਰ ਬੁਲਬੁਲਾ ਪਤਾ ਨਹੀਂ ਕਦੋਂ ਫੁੱਟ ਜਾਣਾ, ਹੈ ਨਾ। ਸੋ ਮਤਲਬ ਸੋਚ ਕੇ ਬੜਾ ਮਤਲਬ ਹੁਣ ਗੱਲਾਂ, ਕਿਉਂਕਿ ਖੁਦ ਭਾਜੀ ਸਾਰੇ ਇਹ ਮਤਲਬ ਕੁਦਰਤ ਆ, ਮਤਲਬ ਸਾਰੇ ਨਿਕਲੇ ਆਪਾਂ ਇਹਨਾਂ ਚੀਜ਼ਾਂ ਦੇ ਵਿੱਚੋਂ ਜੀ, ਔਰ ਨਿਕਲ ਰਹੇ ਆ, ਅੱਜ ਵੀ ਸਟਿਲ ਨਿਕਲ ਰਹੇ ਆ ਭਾਜੀ। ਹਾਂਜੀ ਬਿਲਕੁਲ ਠੀਕ ਹੈ ਜੀ। ਇਹ ਜਿਹੜਾ ਤੁਸੀਂ ਰਿਲੇਸ਼ਨਸ਼ਿਪ ਦੀ ਗੱਲ ਕੀਤੀ ਹੈ, ਜਾਂ ਇੱਕ ਮਾਂ ਦੇ ਪੇਟ ਚੋਂ ਜੰਮੇ ਦੋ ਬੱਚੇ ਜਿਹੜੇ ਨੇ ਆਪਸ 'ਚ ਕੰਪੀਟੀਟਰ ਬਣ ਜਾਂਦੇ ਆ ਜੀ, ਇਹ ਨਾਰਮਲੀ ਹੁੰਦਾ ਆਇਆ ਸੀ ਵਿਆਹ ਤੋਂ ਬਾਅਦ 'ਚ, ਠੀਕ ਹੈ ਜੀ। ਲੇਕਿਨ ਇੱਕ ਨਵਾਂ ਰੁਝਾਨ ਹੁਣ ਪੈਦਾ ਹੋਇਆ ਕਿ ਵਿਆਹ ਤੋਂ ਪਹਿਲਾਂ ਵੀ ਇਹੋ ਜਿਹੇ ਕੰਪੀਟੀਸ਼ਨਸ, ਇਹੋ ਜਿਹੇ ਜਿਹੜੇ ਵਖਰੇਵੇਂ ਨੇ ਉਹ ਪੈਦਾ ਹੋ ਗਏ ਨੇ ਜੀ, ਹੁੰਦੇ ਆ, ਮੈਂ ਕਿਹਾ, ਠੀਕ ਹੈ ਜੀ। ਔਰ ਉਹਦਾ ਮੇਨ ਰੀਜ਼ਨ ਇਹ ਹੈ ਕਿ ਜਿਹੜੀ ਦੌੜ ਲੱਗੀ ਆ, ਜਿਹੜੀ ਪਦਾਰਥਵਾਦ ਦੀ ਦੌੜ ਆਪਾਂ ਅਕਸਰ ਗੱਲ ਕਰਦੇ ਹਾਂ, ਉਸਨੇ ਸਾਨੂੰ ਇੱਕ ਚੀਜ਼ ਸਿਖਾ ਦਿੱਤੀ ਹੈ। ਜਾਂ ਮੈਂ ਕੱਲ੍ਹ ਹੀ ਇੱਕ ਹੋਰ ਵਾਰਤਕ ਲਿਖਿਆ ਸੀ ਕਿ ਇੱਕ ਬਾਪੂ ਜੀ ਸਮਝਾਉਂਦਾ ਆਪਣੇ ਬੱਚੇ ਨੂੰ, ਛੋਟੇ ਬੱਚੇ ਨੂੰ ਜੀ, ਛੋਟੇ ਬੇਟੇ ਨੂੰ, ਇੱਕ ਧੀ ਦੇਖਦੀ ਹੈ ਕਿ ਜਦੋਂ ਵੀ ਬੇਟਾ ਆਉਂਦਾ ਹੈ ਤੇ ਉਹਦੇ ਤੇ ਕਿੰਨਾ ਚਿਰ ਉਹਦੇ ਤੇ ਸਪੈਂਡ ਕਰਦੇ ਟਾਈਮ, ਕਿ ਬੇਟਾ ਤੂੰ ਅੱਜ ਕੱਲ੍ਹ ਦੀ ਪੋਲੀਟਿਕਸ ਜਿਹੜੀ ਹੈ ਉਹ ਬੰਦੇ ਖਾਣੀ ਪੋਲੀਟਿਕਸ ਹੋ ਗਈ ਹੈ ਤੇ ਇਹਦੇ 'ਚ ਨਾ ਪੈ। ਸਾਡੇ ਵਰਗੇ ਹਿਮਾਚਲ ਬੰਦੇ ਇਹਦੇ ਹਿਮਾਚਲਾਂ ਵਾਸਤੇ
ਐਸੀ ਪੋਲਿਟਿਕਸ ਜਿਹੜੀ ਹੈ ਉਹ ਸਾਡੇ ਵਾਸਤੇ ਗੱਲ ਨਹੀਂ ਹੈ ਜੀ। ਲੇਕਿਨ ਔਰ ਉਹ ਇਹ ਵੀ ਕਹਿੰਦੇ ਆ ਕਿ ਜਦੋਂ ਇਸ ਪੋਲਿਟਿਕਸ ਨੂੰ ਪਿਆਸ ਲੱਗਦੀ ਹੈ ਨਾ, ਉਹ ਨਸ਼ੇ ਵਾਲਾ ਖੂਹ ਪੁੱਟਣਾ ਸ਼ੁਰੂ ਕਰ ਦਿੰਦੀ ਹੈ। ਐਗਜ਼ੈਕਟ ਤੁਹਾਨੂੰ ਮੈਂ ਇੱਕ ਵਰਡਿੰਗ ਦੱਸ ਰਿਹਾ ਕਿ ਉਹ ਨਸ਼ੇ ਵਾਲਾ ਖੂਹ ਪੁੱਟਣਾ ਸ਼ੁਰੂ ਕਰ ਦਿੰਦੀ ਹੈ ਜੀ, ਪੀਣ ਵਾਸਤੇ ਤੇ ਲੋਕਾਂ ਨੂੰ ਖਾਣ ਵਾਸਤੇ। ਤੇ ਇਹ ਸਾਡੇ ਵਾਸਤੇ ਗੱਲ ਨਹੀਂ ਹੈ। ਉਹ ਜਦੋਂ ਨਸ਼ੇ ਦੀ ਗੱਲ ਹੁੰਦੀ ਹੈ ਤੇ ਉਹ ਦੌੜ ਜਾਂਦਾ ਜੀ। ਬਾਪੂ ਦੀ ਗੱਲ ਪੂਰੀ ਹੁੰਦੀ ਨਹੀਂ। ਤੇ ਉਹ ਬੇਟੀ ਹੁੰਦੀ ਸਭ ਤੋਂ ਛੋਟੀ, ਉਹ ਕਹਿੰਦੀ ਹੈ ਕਿ ਮੈਨੂੰ ਸ਼ੁਰੂ ਤੋਂ ਹੀ ਦੱਸਿਆ ਗਿਆ ਸੀ ਕਿ ਤੂੰ ਇੰਟਰਫੀਅਰ ਨਹੀਂ ਕਰਨਾ ਕਿਉਂਕਿ ਤੂੰ ਛੋਟੀ ਹੈ। ਪਰ ਜਦੋਂ ਉਹ ਅੱਧੀ ਗੱਲ ਸੁਣੇ ਬਗੈਰ, ਪੂਰੀ ਗੱਲ ਸੁਣੇ ਬਗੈਰ ਵੀਰ ਤੁਰ ਜਾਂਦਾ ਤੇ ਫਿਰ ਬਾਪੂ ਜੀ ਮੇਰੇ ਵੱਲ ਵੇਖਣਾ ਸ਼ੁਰੂ ਕਰ ਦਿੰਦੇ। ਸ਼ਾਇਦ ਕਹਿ ਰਹੇ ਹੁੰਦੇ ਆ ਕਿ ਤੂੰ ਸਮਝਾ ਆਪਣੇ ਵੀਰ ਨੂੰ, ਠੀਕ ਹੈ। ਫਿਰ ਦੂਜੇ ਭਰਾ ਜਿਹੜੇ ਨੇ, ਦੂਜੇ ਵੀਰ ਜੀ ਆ, ਉਹ ਬਾਹਰੋਂ ਆਉਂਦੇ ਆ ਤੇ ਉਹ ਬਿਜ਼ੀ ਹੁੰਦੇ ਆ, ਜਿਹੜੇ ਵੱਡੇ ਸਭ ਤੋਂ ਹੁੰਦੇ ਆ ਜੀ। ਉਹ ਬਿਜ਼ੀ ਰਹਿੰਦੇ, ਕਦੀ ਡਲਹੌਜ਼ੀ, ਕਦੀ ਸ਼ਿਮਲੇ, ਕਦੀ ਸਹੁਰਿਆਂ ਵੱਲ, ਕਦੀ ਕਿਤੇ ਦੋਸਤਾਂ ਮਿੱਤਰਾਂ ਵੱਲ। ਬਾਪੂ ਜੀ ਨੂੰ ਹੀ ਟਰਾਈ ਕਰਦੇ ਕਿ ਤੂੰ ਸਮਝਾ ਆਪਣੇ ਨਿੱਕੇ ਵੀਰ ਨੂੰ। ਉਹ ਇਸ ਕੰਮ 'ਚ ਪੈ ਗਿਆ, ਪਰ ਉਹ ਵੀ ਕੋਈ ਜ਼ਿਆਦਾ ਇੰਟਰਸਟ ਲੈਂਦੇ ਨਹੀਂ, ਠੀਕ ਹੈ ਜੀ। ਫਿਰ ਕੀ ਹੁੰਦਾ ਹੈ ਕਿ ਜਿਹੜਾ ਵੱਡੇ ਵੀਰ ਦਾ ਸਾਲਾ ਹੁੰਦਾ ਨਾ, ਉਹ ਇੱਕ ਦਿਨ ਗੈਂਗਵਾਰ 'ਚ ਮਾਰਿਆ ਜਾਂਦਾ ਜੀ, ਠੀਕ ਹੈ ਜੀ। ਉਹ ਵੀਰ ਜੀ ਜਿਹੜੇ ਆਪਣੇ ਨਿੱਕੇ ਭਰਾ ਨੂੰ ਸਮਝਾਉਣ ਵਾਸਤੇ ਤਿਆਰ ਨਹੀਂ ਹੁੰਦੇ, ਉਹਨਾਂ ਦਾ ਸਾਲਾ ਗੈਂਗਵਾਰ 'ਚ ਮਾਰਿਆ ਜਾਂਦਾ। ਇਹ ਰਿਐਲਿਟੀ ਹੈ ਜੀ। ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਵਾਈਫ ਹੁੰਦੀ, ਜਿਹਦਾ ਵੀਰ ਮਰਿਆ ਹੁੰਦਾ, ਕਈ ਵਾਰੀ ਗੱਲ ਕਰਦੀ ਬੇਹੋਸ਼ ਹੋ ਜਾਂਦੀ ਹੈ। ਮਤਲਬ ਇੱਕ ਭੈਣ ਦੱਸਦੀ ਹੈ ਜਿਹੜੀ ਕਿ ਭਾਬੀ ਜੀ ਸਾਡੀ ਬੇਹੋਸ਼ ਹੋ ਜਾਂਦੀ ਸੀ ਜਦੋਂ ਆਪਣਾ ਵੀਰ ਉਹਦਾ ਖਤਮ ਹੋਇਆ ਜੀ। ਇਹ ਕਹਿੰਦੀ ਕਿ ਮੈਂ ਦੇਖਦੀ ਸੀ ਕਿ ਇੱਕ ਦਿਨ ਵੱਡੇ ਵੀਰ ਜੀ ਆਪਣੇ ਨਿੱਕੇ ਭਰਾ ਨੂੰ ਕਮਰੇ 'ਚ ਬੈਠ ਕੇ ਸਮਝਾ ਰਹੇ, ਠੀਕ ਹੈ ਜੀ ਜੀ। ਪਰ ਫਿਰ ਉਸੇ ਦਿਨ ਉਹਨਾਂ ਨੇ ਇਕੱਠਿਆਂ ਖਾਣਾ ਵੀ ਖਾਧਾ। ਤੇ ਕਹਿੰਦੇ ਕਿ ਬਾਪੂ ਜੀ ਨੇ ਪਹਿਲੀ ਵਾਰੀ ਉਦਣ ਦੁਪਹਿਰ ਵੇਲੇ ਸੁਖਮਨੀ ਸਾਹਿਬ ਦਾ ਪਾਠ ਕੀਤਾ। ਬਾਪੂ ਜੀ ਜਿਹੜੇ ਕਹਿੰਦੇ ਹੁੰਦੇ ਸੀ ਆਪਣੇ ਵੱਡੇ ਪੁੱਤ ਨੂੰ ਕਿ ਇਹਨੂੰ ਸਮਝਾ ਛੋਟੇ ਨੂੰ, ਉਹਨਾਂ ਪਹਿਲੀ ਵਾਰੀ ਸੁਖਮਨੀ ਸਾਹਿਬ ਦਾ ਪਾਠ ਕੀਤਾ। ਤੇ ਉਹ ਕਹਿੰਦੀ ਹੈ ਬੇਟੀ ਕਿ ਸੁਖਮਨੀ ਸਾਹਿਬ ਦਾ ਪਾਠ ਉਦੋਂ ਹੀ ਕਰਦੇ ਨੇ ਜਦੋਂ ਕਿਸੇ ਦਾ ਸ਼ੁਕਰਾਨਾ ਕਰਨਾ ਹੁੰਦਾ। ਤੇ ਉਹ ਮੈਨੂੰ ਲੱਗਾ ਕਿ ਰੱਬ ਦਾ ਸ਼ੁਕਰਾਨਾ ਕਰ ਰਹੇ ਸੀ ਕਿ ਮੇਰਾ ਜਿਹੜਾ ਮੋਢਿਆਂ ਤੇ ਭਾਰ ਪਿਆ ਸੀ ਉਹ ਮੇਰੇ ਵੱਡੇ ਪੁੱਤ ਨੇ ਵੰਡਾ ਲਿਆ। ਮੇਰੀ ਗੱਲ ਸਮਝਦੇ ਤੁਸੀਂ? ਬਿਲਕੁਲ 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 ਭਾਜੀ। ਪਰ ਕਈ ਵਾਰ ਬਹੁਤ ਚੀਜ਼ਾਂ ਗਵਾ ਕੇ ਸਾਨੂੰ ਪਤਾ ਲੱਗਦਾ ਭਾਜੀ। ਤੇ ਉਹ ਮੈਂ ਤੁਹਾਨੂੰ ਦੱਸਦਾ ਕਿ ਇਹੋ ਜਿਹੇ ਜਿਹੜੇ ਉਥਲ ਪੁਥਲ ਹੁੰਦੀ ਹੈ ਨਾ, ਜਦੋਂ ਬੰਦੇ ਦੇ ਆਪਣੇ ਤੇ ਪੈਂਦੀ ਹੈ ਨਾ, ਫਿਰ ਉਹਨੂੰ ਪਤਾ ਲੱਗਦਾ ਹੈ, ਰਿਅਲਾਈਜ਼ ਹੁੰਦਾ ਕਿ ਮੇਰੀ ਰਿਸਪੌਂਸਿਬਿਲਿਟੀ ਕੀ ਹੈ, ਮੇਰੀ ਜ਼ਿੰਮੇਵਾਰੀ ਕੀ ਹੈ ਤੇ ਮੈਨੂੰ ਕੀ ਕਰਨਾ ਚਾਹੀਦਾ। ਸੋ ਇਹ ਜਿਹੜਾ ਮੈਂ ਪਹਿਲਾਂ ਦੱਸਿਆ ਤੁਹਾਨੂੰ ਕਿ ਬੇਟੀ ਉਤਰਦੀ ਹੈ ਤੇ ਚਾਚੇ ਪੂਰਨ ਸਿੰਘ ਦਾ ਜਿਹੜਾ ਕੰਟਰੀਬਿਊਸ਼ਨ ਹੁੰਦਾ ਉਹ ਯਾਦ ਰੱਖਦੀ ਹੈ। ਅੱਜ ਕੱਲ ਕਿਸੇ ਦੀ ਫੇਵਰ ਯਾਦ ਰੱਖਣ ਦਾ ਜਿਹੜਾ ਜ਼ਮਾਨਾ ਹੈ ਨਾ, ਜਿਹੜਾ ਇੱਕ ਕਲਚਰ ਹੈ, ਉਹ ਵੀ ਮੁੱਕਦਾ ਜਾਂਦਾ ਹੈ। ਬਿਲਕੁਲ ਸਹੀ ਗੱਲ ਹੈ ਭਾਜੀ, ਮੁੱਕਦਾ ਜਾਂਦਾ ਹੈ। ਤੁਸੀਂ 99% ਫੇਵਰਾਂ ਕਰ ਲਓ, ਅਗਰ ਤੁਹਾਡੇ ਕੋਲੋਂ ਗਾਹੇ ਬਗਾਹੇ 1% ਕੋਈ ਗਲਤੀ ਹੋ ਜਾਂਦੀ ਹੈ, ਤੁਹਾਡਾ 99% ਜਿਹੜੀਆਂ ਫੇਵਰਸ ਹੈ ਉਹ ਮਿੱਟੀ ਹੋ ਗਈ ਸਮਝੋ। ਬਿਲਕੁਲ ਸਹੀ ਗੱਲ। ਇਹ ਤਰਾਸਦੀ ਹੈ ਜੀ, ਇਹ ਰਿਐਲਿਟੀ ਹੈ। ਔਰ ਇਹ ਜਿਹੜੀ ਤਰਾਸਦੀ ਜਿਹੜੀ ਹੈ ਇਹ ਘਟਣ ਦੀ ਜਗ੍ਹਾ ਵੱਧਦੀ ਜਾ ਰਹੀ ਹੈ। ਬਿਲਕੁਲ ਸਹੀ ਗੱਲ ਭਾਜੀ, ਬਿਲਕੁਲ ਸਹੀ ਗੱਲ। ਸੋ ਸਾਡਾ ਉਪਰਾਲਾ ਇਹ ਹੁੰਦਾ ਕਿ ਕਮ ਸੇ ਕਮ ਜੋ ਪਾਸਟ ਵਿੱਚ ਹੁੰਦਾ ਆਇਆ ਉਹਨੂੰ ਪ੍ਰੈਜ਼ੈਂਟ ਵਿੱਚ ਰਿਪੀਟ ਜ਼ਰੂਰ ਕੀਤਾ। ਜੋ ਤੁਸੀਂ ਆਪਣੀਆਂ ਅੱਖਾਂ ਨਾਲ ਦੇਖਿਆ ਹੈਗਾ, ਇਹੋ ਜਿਹੇ ਵਰਤਾਰੇ ਦੇਖੇ ਆ ਕਿ ਪਿੰਡਾਂ 'ਚ ਜਦੋਂ ਧੀ ਦਾ ਵਿਆਹ ਹੁੰਦਾ ਸੀ ਤੇ ਸਾਰੇ ਪਿੰਡ 'ਚੋਂ ਬਿਸਤਰੇ ਇਕੱਠੇ ਕੀਤੇ ਜਾਂਦੇ ਸੀ, ਦੁੱਧ ਇਕੱਠਾ ਕੀਤਾ ਜਾਂਦਾ ਸੀ ਜੀ। ਉਹ ਜਿੰਨਾ ਤਿਲ ਫੁੱਲ ਦਾਲਾਂ ਖੰਡ ਸਾਰਾ ਇਕੱਠਾ ਕਰਕੇ ਇਕੱਠਾ ਵਿਆਹ ਕੀਤਾ ਜਾਂਦਾ ਸੀ। ਸੋ ਇੱਕ ਸਾਰਾ ਪਿੰਡ ਜਿਹੜਾ ਇਹ ਕੋਆਪਰੇਟਿਵ ਸੁਸਾਇਟੀ ਬਣ ਜਾਂਦੀ ਸੀ। ਔਰ ਜਦੋਂ ਇਸ ਤਰ੍ਹਾਂ ਦਾ ਕੋਆਪਰੇਸ਼ਨ ਵਾਲਾ ਮਾਹੌਲ ਹੋ ਜਾਏ ਤੇ ਉਦੋਂ ਫਿਰ ਇੱਕ ਪਰਿਵਾਰ ਤੇ ਭਾਰ ਨਹੀਂ ਪੈਂਦਾ ਹੈਗਾ। ਬਿਲਕੁਲ ਬਿਲਕੁਲ ਠੀਕ ਹੈ ਜੀ। ਤੁਸੀਂ ਕੁਝ ਕਹਿਣਾ ਚਾਹੁੰਦੇ ਇਹਦੇ ਬਾਰੇ? ਬਿਲਕੁਲ ਭਾਜੀ। ਸੋ ਹੀ ਕਿੰਨਾ ਕੁਛ ਹੀ ਦਿਮਾਗ ਦੇ ਵਿੱਚ ਆ ਰਿਹਾ ਭਾਜੀ, ਕਿਉਂਕਿ ਇਹ ਚੀਜ਼ਾਂ ਕਹਿੰਦੇ ਹੁੰਦੇ ਵੀ ਸੱਚਾਈਆਂ ਔਰ ਅੱਜ ਵੀ ਭਾਜੀ ਚੱਲ ਰਹੀ ਆ, ਹੈ ਨਾ। ਕਈ ਵਾਰ ਨਾ ਜਿਵੇਂ ਪਹਿਲਾਂ ਵੀ ਕਹਿ ਰਿਹਾ ਸੀ ਵਿੱਚ ਚੱਲਦੇ ਪ੍ਰੋਗਰਾਮ ਦੇ ਵਿੱਚ ਹੀ ਤੁਹਾਡੇ ਨਾਲ ਕਿ ਬਹੁਤ ਚੀਜ਼ਾਂ ਕਈ ਵਾਰ ਅਸੀਂ ਗਵਾ ਕੇ ਫਿਰ ਅਸੀਂ ਕਹਿੰਦੇ ਹਾਂ ਕਿ ਯਾਰ ਆਹ ਚੀਜ਼ ਹੋ ਗਿਆ, ਔਰ ਜੋ ਸਾਡੇ ਕੋਲ ਹੈ, ਜਿਵੇਂ ਤੁਸੀਂ ਉਹ ਕਹੀ ਨਾ 99% ਵਾਲੀ ਗੱਲ, ਉਹ ਵੀ ਚੀਜ਼ ਪਤਾ ਨਹੀਂ ਕਿਉਂ ਜੀ ਜਵੰਦਰ ਸਾਹਿਬ ਕਈ ਵਾਰ ਨਾ ਕਹਿੰਦੇ ਕਿ ਗੱਲਾਂ ਇੱਦਾਂ ਦੀਆਂ ਕਰਦੇ ਰਹੋ
ਜਿਹੜਾ ਸੋਸ਼ਲ ਮੀਡੀਆ ਇੱਥੇ ਬੜਾ ਕੁਝ ਦੇਖਦੇ ਆ, ਕਈ ਵਾਰ ਸਾਡੇ ਦਿਮਾਗ 'ਚ ਪੈ ਜਾਂਦੀ ਆ। ਤੇ ਮੈਂ ਨਾ ਜਵੰਦਾ ਸਾਹਿਬ ਇੱਦਾਂ ਦੇ ਬਹੁਤ ਸਾਰੇ ਜਿਹੜੇ ਇਨਸਾਨ ਆ ਇੱਥੇ ਜਾਣਦਾ ਹੈ, ਆਪਣੇ ਇਸ ਟਾਈਮ ਪ੍ਰੋਗਰਾਮ ਵੀ ਸੁਣ ਰਹੇ ਆ, ਆਪਣੇ ਅੰਕਲ ਜੀ ਹੁਣੀ ਪ੍ਰੋਗਰਾਮ ਸੁਣ ਰਹੇ ਆ ਆਪਣੇ ਢੀਂਡਸਾ ਸਾਹਿਬ। ਸੋ ਉਹ ਆਪਣੇ ਭਰਾਵਾਂ ਦੀ ਗੱਲਬਾਤ ਕਰਦੇ ਹੁੰਦੇ ਆ। ਤੇ ਜਾਂ ਇੱਥੇ ਮੈਂ ਕਾਫੀ ਇੱਦਾਂ ਦੇ ਲੋਕ ਜਾਣਦਾ ਜਵੰਦਾ ਸਾਹਿਬ, ਕਾਫੀ ਮੇਰੇ ਮਤਲਬ ਸਰਕਲ 'ਚ ਆ ਜਿਹੜੇ ਭਰਾ ਤੋਂ ਜਾਨ ਵਾਰਦੇ ਆ, ਹੈ ਨਾ, ਇਕੱਠੇ ਰਹਿੰਦੇ ਆ। ਔਰ ਮੈਂ ਪ੍ਰਮਾਤਮਾ ਅੱਗੇ ਮੇਰੇ ਨਾ ਅੰਦਰੋਂ ਆਵਾਜ਼ ਆਉਂਦੀ ਆ, ਮਤਲਬ ਅਰਦਾਸ ਵਾਂਗੂ ਕਰੀਦੀ ਆ ਜੀ ਆਪਣੇ ਅੰਦਰ ਹੀ, ਮਤਲਬ ਹੈ ਨਾ, ਕਿ ਪ੍ਰਮਾਤਮਾ ਇਹਨਾਂ ਦਾ ਪਿਆਰ ਇਸੇ ਹੀ ਤਰ੍ਹਾਂ ਬਣਾਈ ਰੱਖੀ। ਮਤਲਬ ਇੱਦਾਂ ਦੀ ਦਿਲੋਂ ਮਤਲਬ ਅਸੀਸ ਨਿਕਲਦੀ ਉਸ ਪਰਿਵਾਰ ਨੂੰ ਜਵੰਦਾ ਸਾਹਿਬ, ਕਿਉਂਕਿ ਜੋ ਦੇਖੀਦਾ ਨਾ ਮਤਲਬ ਗੱਲ ਕਰਦੇ ਇੰਨੀ ਰਿਸਪੈਕਟ ਹੁੰਦੀ ਆ। ਮੈਂ ਘੱਟੋ ਘੱਟ ਮੇਰੇ ਸਰਕਲ ਦੇ ਵਿੱਚ 5 ਤੋਂ 7 ਪਰਿਵਾਰਾਂ ਨੂੰ ਮੈਂ ਜਾਣਦਾ ਜਵੰਦਾ ਸਾਹਿਬ, ਔਰ ਇੰਨਾ ਮਨ ਖੁਸ਼ ਹੁੰਦਾ ਨਾ ਉਹਨਾਂ ਨੂੰ ਦੇਖ ਕੇ, ਮਤਲਬ ਉਹਨਾਂ ਨੂੰ ਦੇਖ ਕੇ ਚਾਅ ਚੜ੍ਹ ਜਾਂਦਾ ਜੀ ਉਸ ਪਰਿਵਾਰ ਨੂੰ। ਬਿਲਕੁਲ ਠੀਕ ਹੈ ਜੀ ਤੁਹਾਡੀ ਗੱਲ, ਕਿ ਕਿਸੇ ਐਸੀ ਕੰਬਾਈਨਡ ਫੈਮਿਲੀ ਨੂੰ ਆਪਸ ਵਿੱਚ ਕੋਆਪਰੇਟ ਕਰਦੀ ਫੈਮਿਲੀ ਨੂੰ ਵੇਖ ਕੇ ਖੁਸ਼ ਹੋਣਾ ਜੀ, ਔਰ ਉਹਦੀ ਜਿਹੜੀ ਯੂਨਿਟੀ ਹੈ ਉਹਦੇ ਵਾਸਤੇ ਅਰਦਾਸ ਕਰਨੀ, ਇਹ ਵੀ ਬੜੀ ਵੱਡੀ ਗੱਲ ਹੈ ਜੀ। ਇਹ ਅਰਦਾਸ ਕਰਨੀ ਅਸੀਂ ਭੁੱਲ ਗਏ ਹਾਂ ਜਾਂ ਇਗਨੋਰ ਕਰ ਦਿੱਤੀ ਹੈ, ਜਾਂ ਸਾਨੂੰ ਅਰਦਾਸ ਇਸ ਤਰ੍ਹਾਂ ਦੀ ਭਲੇ ਦੀ ਅਰਦਾਸ ਕਰਨ ਲੱਗਿਆ ਸਾਨੂੰ ਕਾਂਬਾ ਛੱਡ ਜਾਂਦਾ ਕਿ ਜੇ ਮੈਂ ਕੀਤੀ ਤੇ ਕਿਤੇ ਐਕਸੈਪਟ ਹੋ ਗਈ ਤੇ ਕਿਤੇ ਬੰਦਾ ਮੇਰੇ ਤੋਂ ਅੱਗੇ ਨਾ ਲੰਘ ਜਾਏ। ਠੀਕ ਹੈ ਜੀ, ਅਸੀਂ ਇਹ ਕਰਦੇ ਹਾਂ ਕਿ ਭਲੇ ਦੀ ਅਰਦਾਸ ਨਹੀਂ, ਇਹਦਾ ਇਹ ਹੈ ਕਿ ਇਹ ਛੇਤੀ ਖਤਮ ਹੋ ਜਾਏ, ਮੇਰੇ ਕੰਪੀਟੀਸ਼ਨ ਤੋਂ ਬਾਹਰ ਹੋ ਜਾਏ। ਸੱਚੀ ਮੁੱਚੀ ਜੀ, ਸਾਸਤੀਆਂ ਨੇ ਇਹ ਸਾਡੇ ਐਕਟੀਵਿਟੀਜ਼ ਹੈਗੀਆਂ ਨੇ, ਔਰ ਸਾਡੇ ਤੁਹਾਡੇ ਹੋ ਸਕਦਾ ਅਸੀਂ ਵੀ ਇਹਦੇ ਪਾਰਟ ਹੋਈਏ। ਅਸੀਂ ਵੀ ਕਈ ਵਾਰੀ ਅਸੀਂ ਐਕਸੈਪਸ਼ਨ ਨਹੀਂ ਹੈਗੇ, ਨਾ ਹੀ ਅਸੀਂ 16 ਕਰਾ ਸੰਪੂਰਨ ਆ, ਕਿ ਸਾਡੇ ਵੀ ਕਈ ਵਾਰੀ ਮਨ 'ਚ ਆ ਜਾਂਦਾ ਜੀ ਪੁਰਾਣਾ ਬੰਦਾ ਕੰਪੀਟੀਸ਼ਨ ਤੇ ਹੈ, ਪੁਰਾਣਾ ਬੰਦਾ ਮੇਰੇ ਤੋਂ ਪਿੱਛੇ ਆ ਕੇ ਅੱਗੇ ਚਲਾ ਗਿਆ, ਇਹ ਖਤਮ ਹੋ ਜਾਣਾ ਚਾਹੀਦਾ। ਬਿਲਕੁਲ ਭਾਜੀ, ਖਤਮ ਹੋ ਜਾਣਾ ਚਾਹੀਦਾ। ਔਰ ਸਿਆਣੇ ਕਹਿੰਦੇ ਹੁੰਦੇ ਆ ਨਾ, ਜਾਂ ਪ੍ਰੋਫੈਸ਼ਨਲ ਤੌਰ ਤੇ ਮੇਰੇ ਤੋਂ ਪਿੱਛੇ ਹੋਣਾ ਚਾਹੀਦਾ, ਚਾਹੇ ਕੁਛ ਵੀ ਹੋਏ ਇਹਦੇ ਨਾਲ। ਅਸੀਂ ਅਰਦਾਸ ਕਰਦੇ ਹਾਂ, ਔਰ ਇਹ ਅਰਦਾਸ ਜਿਹੜੀ ਦੂਜੇ ਪਾਸੇ ਹੋਣੀ ਚਾਹੀਦੀ ਸੀ, ਇਸ ਤਰ੍ਹਾਂ ਦੀਆਂ ਅਰਦਾਸਾਂ ਜਿਹੜੀਆਂ ਹੁੰਦੀਆਂ ਤਾਂ ਹੀ। ਦੇਖੋ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਕਈ ਵਾਰੀ ਅੱਜ ਅਸਮਾਨ ਤੇ ਲਾਲ, ਅਸਮਾਨ ਜਿਹੜਾ ਲਾਲ ਹੋਇਆ, ਅੱਜ ਕਿਤੇ ਕਤਲ ਹੋਇਆ। ਤੇ ਅੱਜ ਕੱਲ ਤੇ ਦੇਖੋ ਸੂਰਜ ਜਿਸ ਨੂੰ ਹਟ ਗਿਆ। ਠੀਕ ਹੈ ਜੀ, ਸੱਚੀ ਮੁੱਚੀ ਭਾਜੀ, ਤੇਰਾ ਕਿੰਨਾ ਕਲਾਲ ਹੋਏ, ਕਿਉਂਕਿ ਹਰ ਜਗ੍ਹਾ ਕਿਤੇ ਨਾ ਕਿਤੇ ਕ੍ਰਾਈਮ ਹੁੰਦਾ। ਸੋ ਦੋ ਗੱਲਾਂ ਭਾਜੀ ਮੈਂ ਕਰੂੰਗਾ ਅੱਜ ਦਾ ਜਿਹੜਾ ਆਪਾਂ ਰੈਪ ਅਪ ਕਰਾਂਗੇ, ਤੁਹਾਡੇ ਵੀ ਥੋੜ੍ਹੇ ਜਿਹੇ ਵਿਚਾਰ ਲਊਂਗਾ। ਇੱਕ ਤਾਂ ਕਹਿੰਦੇ ਹੁੰਦੇ ਨਾ ਕਿ ਜਵੰਦਾ ਸਾਹਿਬ ਕਿ ਹਮੇਸ਼ਾ ਸਿਆਣੇ ਕਹਿੰਦੇ ਹੁੰਦੇ ਆ, ਜਿਹੜੇ ਸਿਆਣੇ ਜਿਨ੍ਹਾਂ ਦੀ ਜ਼ਿੰਦਗੀ ਦਾ ਤਜਰਬਾ ਹੈ ਨਾ, ਕਿ ਇਹਨਾਂ ਦਾ ਹਮੇਸ਼ਾ ਸੁੱਖ ਮੰਗੋ। ਆਪਣੇ ਧਰਮ 'ਚ ਤਾਂ ਦੂਸਰਾ ਹੀ ਹੁੰਦਾ ਨਾ, ਤੁਹਾਡਾ ਜਿਹੜਾ ਸਰਕਲ ਆ, ਤੁਹਾਡੇ ਰਿਸ਼ਤੇਦਾਰ, ਸੁੱਖ ਮੰਗੋ ਕਿ ਬਹੁਤ ਅਮੀਰ ਹੋਣ, ਖੁਸ਼ੀਆਂ ਹੋਣ। ਕਹਿੰਦੇ ਕਮ ਸੇ ਕਮ ਜੇ ਤੁਹਾਨੂੰ ਦੇਣਗੇ ਨਹੀਂ ਤੇ ਮੰਗਣਗੇ ਤਾਂ ਨਹੀਂ, ਨੰਬਰ 1। ਠੀਕ ਹੈ ਜੀ। ਤੇ ਦੂਸਰੀ ਗੱਲ ਤਾਂ ਜੀ ਇੱਕ ਮੇਰੇ ਮਾਈਂਡ 'ਚ ਹੋਰ ਆਈ ਸੀ, ਸਕਿਪ ਹੋ ਗਈ ਆ, ਉਹ ਮੈਂ ਫਿਰ ਦੁਬਾਰਾ ਕਰੂੰ। ਅਖੀਰ ਦੇ ਵਿੱਚ ਤੁਸੀਂ ਰੈਪ ਅਪ ਕਰੋ, ਉਹ ਵੀ ਬੜੀ ਮਤਲਬ ਵਧੀਆ ਨਾ, ਕਿਉਂਕਿ ਜਿਹੜੇ ਨਿਚੋੜ ਹੁੰਦੇ ਆ ਮਤਲਬ ਸਿਆਣਿਆਂ ਦੇ, ਕਈ ਵਾਰ ਬੈਠੀ ਦਾ ਨਾ ਜਿਹੜੀਆਂ ਨਿਚੋੜ ਦੀਆਂ ਗੱਲਾਂ ਹੁੰਦੀਆਂ ਭਾਜੀ, ਉਹ ਐਂਡ ਹੀ ਹੁੰਦੀਆਂ, ਮਤਲਬ ਜ਼ਿੰਦਗੀ ਦੇ ਤਜਰਬੇ ਹੁੰਦੇ ਆ, ਜੇ ਅਸੀਂ ਉਹਨੂੰ ਸਿੱਖ ਲਈਏ ਤਾਂ। ਮੇਰੇ ਮਾਈਂਡ 'ਚੋਂ ਸਕਿਪ ਹੋ ਗਈ, ਉਹ ਵੀ ਇਸ ਤਰ੍ਹਾਂ ਦੀ ਗੱਲ ਹੀ ਸੀ ਭਾਜੀ, ਕਿ ਜ਼ਿੰਦਗੀ ਦੇ ਵਿੱਚ ਨਾ ਮਤਲਬ ਇੱਦਾਂ ਦੀਆਂ ਚੀਜ਼ਾਂ ਜੇ ਅਸੀਂ ਯਾਦ ਕਰਦੇ ਰਹੀਏ, ਇੱਕ ਦੂਜੇ ਨੂੰ ਸੁਣਦੇ ਰਹੀਏ, ਸੁਣਾਉਂਦੇ ਰਹੀਏ, ਹੈ ਨਾ, ਤੇ ਬਹੁਤ ਚੀਜ਼ਾਂ ਤੋਂ ਅਸੀਂ ਬਚ ਸਕਦੇ ਹਾਂ। ਬਿਲਕੁਲ ਠੀਕ ਹੈ ਜੀ। ਮੈਂ ਬਰਾੜ ਸਾਹਿਬ, ਤੁਸੀਂ ਜਿਸ ਤਰ੍ਹਾਂ ਹੁਣ ਓਲਡ ਸੇਇੰਗ ਦੀ ਗੱਲ ਕੀਤੀ ਹੈ, ਪੁਰਾਣੀ ਕਹਾਵਤਾਂ ਦੀ ਗੱਲ ਕੀਤੀ ਹੈ ਜੀ, ਔਰ ਪੁਰਾਣੇ ਜਿਹੜੇ ਐਸੇ ਵਾਰਤਕ ਹੈਗੇ ਨੇ, ਜਾਂ ਪੁਰਾਣੇ ਜਿਹੜੇ ਇਸ ਤਰ੍ਹਾਂ ਦੇ ਗੱਲਾਂ ਹੁੰਦੀਆਂ ਸੀ ਪਰਿਵਾਰਾਂ ਦੇ ਵਿੱਚ, ਉਹਨਾਂ ਦੀ ਗੱਲ ਹੋਣੀ ਬੰਦ ਨਹੀਂ ਹੋਣੀ ਚਾਹੀਦੀ। ਠੀਕ ਹੈ ਜੀ ਜੀ। ਗਾਹੇ ਬਗਾਹੇ ਜਦੋਂ ਮੌਕਾ ਮਿਲੇ, ਜਿਹੜੇ ਬੰਦੇ ਨੂੰ ਪਤਾ ਹੈ, ਜਿਹੜੇ ਬੰਦੇ ਨੇ ਮਾਹੌਲ ਦੇਖਿਆ, ਉਹਨੂੰ ਜ਼ਰੂਰ ਜਿੱਥੇ ਵੀ ਮੌਕਾ ਮਿਲੇ ਇਹ ਗੱਲ ਜ਼ਰੂਰ ਕਰ ਦੇਣੀ ਚਾਹੀਦੀ ਹੈ। ਠੀਕ ਹੈ ਜੀ। ਬਾਕੀ ਤੁਹਾਨੂੰ ਪਤਾ ਹੀ ਹੈ, ਸੈੱਲ ਫੋਨ ਦਾ ਫਾਇਦਾ ਵੀ ਹੈ, ਨੁਕਸਾਨ ਵੀ ਹੈ। ਅੱਜ ਕੱਲ ਸੈੱਲ ਫੋਨ ਜਿਹੜਾ ਨਾ, ਸੈੱਲ ਫੋਨ ਨੇ ਸਾਨੂੰ ਆਈਸੋਲੇਟ ਕਰ ਦਿੱਤਾ ਹੈ, ਇੱਕ ਸੈਲਫ ਇਸੈਂਟਰਿਕ ਕਰ ਦਿੱਤਾ ਸਾਨੂੰ। ਠੀਕ ਹੈ ਜੀ। ਔਰ ਪਰ ਆਪਾਂ ਪਾਸ ਡਿਸਕਸ਼ਨ ਕੀਤੀ, ਫਿਊਚਰ 'ਚ ਵੀ ਕਰਾਂਗੇ, ਪਰ ਟੈਕਨੋਲੋਜੀ ਇਹ ਸਾਨੂੰ ਵਰਤਣੀ ਪੈਣੀ ਹੈ। ਪਰ ਇਹਨੂੰ ਟੈਕਨੋਲੋਜੀ ਨੂੰ ਵਰਤਦੇ ਹੋਇਆ ਅਸੀਂ ਜਿਹੜੀਆਂ ਪੁਰਾਣੀਆਂ ਰਵਾਇਤਾਂ ਨੇ, ਜਿਹੜੀਆਂ ਸਾਡੇ ਰਿਵਾਜ ਹੈ, ਉਹਨਾਂ ਦੀ ਗੱਲ ਕਰਨੀ ਬੰਦ ਨਾ ਕਰੀਏ। ਇਹਦੇ 'ਚ ਮੇਰਾ ਵੀ ਫਾਇਦਾ ਹੈਗਾ, ਤੁਹਾਡਾ ਹੀ ਫਾਇਦਾ ਹੈਗਾ, ਤੇ ਜਿਹੜੇ ਸੁਣ ਰਹੇ ਹੈਗੇ ਨੇ, ਜਿਹੜੇ ਸਾਡੇ ਵੀਰ ਭੈਣ, ਉਹਨਾਂ ਦਾ ਵੀ ਫਾਇਦਾ ਹੈਗਾ। ਕਿਉਂਕਿ ਇਸ ਚੀਜ਼ ਨੂੰ ਕੈਰੀ ਫਾਰਵਰਡ ਕਰਕੇ ਨੈਕਸਟ ਜਨਰੇਸ਼ਨ ਨੂੰ ਦੱਸਣਾ, ਉੱਥੇ ਲੈ ਕੇ ਜਾਣੀ, ਇਹ ਸਾਡੀ ਰਿਸਪੌਂਸਿਬਿਲਿਟੀ ਹੈ ਭਾਜੀ। ਬਿਲਕੁਲ ਸਹੀ ਗੱਲ ਹੈ ਜਵੰਦਰ ਸਾਹਿਬ। ਤੇ ਹੁਣ ਆਪਾਂ ਇੱਕ ਬ੍ਰੇਕ ਲਵਾਂਗੇ ਜੀ, ਤੇ ਬ੍ਰੇਕ ਤੋਂ ਬਾਅਦ ਦੋਸਤੋ ਵਿਨੀਪੈਗ ਸ਼ਹਿਰ ਦੀ ਗੱਲਬਾਤ ਕਰਾਂਗੇ। ਤੇ ਜਿਸ ਤਰ੍ਹਾਂ ਮੈਂ ਕਿਹਾ ਕਿ ਇੱਕ ਸ਼ੌਂਕ ਹੈ ਜਿਹੜਾ ਹਰਪ੍ਰੀਤ ਜਵੰਦਾ ਸਾਹਿਬ ਨੂੰ ਹੈ ਲਿਖਣ ਦਾ, ਔਰ ਉਹ ਕਹਾਣੀ
ਛੋਟੀ ਜੀ ਮਤਲਬ ਕਹਾਣੀ ਦੇ ਵਿੱਚ ਬੜਾ ਕੁਝ ਸਮਾਇਆ ਹੁੰਦਾ ਹੈ ਔਰ ਬੜਾ ਕੁਝ ਸਾਨੂੰ ਸਿੱਖਣ ਨੂੰ ਮਿਲਦਾ ਹੈ। ਤੁਹਾਡੇ ਕੋਲੇ ਵੀ ਕੁਝ ਇਦਾਂ ਦੀ ਕਹਾਣੀ ਹੁੰਦੀ ਹੈ, ਜ਼ਰੂਰ ਤੁਸੀਂ ਹਰਪ੍ਰੀਤ ਜਵੰਦਾ ਸਾਹਿਬ ਨੂੰ ਕਾਲ ਕਰ ਸਕਦੇ ਹੋ। ਤੇ ਜੇ ਵਿਨੀਪੈਗ ਸ਼ਹਿਰ ਦੇ ਵਿੱਚ ਰਹਿੰਦੇ ਹੋ ਜਾਂ ਆਸੇ-ਪਾਸੇ ਤੁਹਾਨੂੰ ਲੱਗਦਾ ਕੋਈ ਪ੍ਰਾਪਰਟੀ ਦੇ ਨਾਲ ਸੰਬੰਧਿਤ ਗੱਲਬਾਤ ਕਰਨੀ ਆ, ਕਿਉਂਕਿ ਤੁਹਾਨੂੰ ਬਿਲਕੁਲ ਜੈਨੂਅਨ ਐਡਵਾਈਸ ਕਰਨਗੇ ਕਿ ਕਿਹੜੀ ਪ੍ਰਾਪਰਟੀ ਤੁਹਾਡੇ ਲਈ ਸਹੀ ਆ, ਹਰਪ੍ਰੀਤ ਜਵੰਦਾ ਸਾਹਿਬ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਸੋ ਸਮਾਂ ਇੱਕ ਛੋਟੀ ਜਿਹੀ ਬ੍ਰੇਕ ਦਾ ਹੋਇਆ। ਬ੍ਰੇਕ ਤੋਂ ਬਾਅਦ ਆਪਾਂ ਵਿਨੀਪੈਗ ਸ਼ਹਿਰ ਦੀਆਂ ਹੋਰ ਗੱਲਾਂ ਬਾਤਾਂ ਕਰਾਂਗੇ। ਅਸੀਂ ਹੁਣੀ ਗਏ, ਹੁਣੇ ਵਾਪਸ ਆਏ ਜੀ।